राम राम भी सारिਆਂ ने PYQ ਦੇ ਇੱਕ ਹੋਰ ਬਿਹਤਰੀਨ ਜਾਦੂਈ ਸੈਸ਼ਨ ਦੇ ਪਾਰਟ 5 ਵਿੱਚ ਆਪ ਸਭ ਜੀ ਦਾ ਬਹੁਤ-ਬਹੁਤ ਸਵਾਗਤ ਹੈ। ਜਿਹੜੇ ਵਿਦਿਆਰਥੀ ਪਹਿਲੀ ਵਾਰ ਇਸ ਚੈਨਲ ਤੇ ਜੁੜ ਰਹੇ ਹਨ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਇਸ ਕਲਾਸ ਦੀ PDF ਅਤੇ ਪ੍ਰੈਕਟਿਸ ਸ਼ੀਟ ਤੁਹਾਨੂੰ ਇਸ ਟੈਲੀਗ੍ਰਾਮ ਚੈਨਲ ਤੇ ਮਿਲੇਗੀ। ज्वाइन ਕਰਨ ਲਈ ਦਿੱਤੇ ਹੋਏ ਇਸ ਲਿੰਕ ਰਾਹੀਂ ਜਾਂ ਇਸ QR ਕੋਡ ਨੂੰ ਸਕੈਨ ਕਰਕੇ ਤੁਸੀਂ ਟੈਲੀਗ੍ਰਾਮ ਚੈਨਲ ਨਾਲ ਜੁੜ ਸਕਦੇ ਹੋ। ਤੁਸੀਂ ਸਾਨੂੰ ਇੰਸਟਾਗ੍ਰਾਮ ਤੇ ਫੋਲੋ ਕਰਨਾ ਨਾ ਭੁੱਲਿਓ। ਜਿਹੜੇ ਵਿਦਿਆਰਥੀ ਆਫਲਾਈਨ ਸਾਡੇ ਨਾਲ ਜੁੜਨਾ ਚਾਹੁੰਦੇ ਹਨ ਤਾਂ ਆਲ ਗਵਰਨਮੈਂਟ ਕੰਪੀਟੀਟਿਵ ਐਗਜ਼ਾਮ ਦੇ ਆਫਲਾਈਨ ਬੈਚ 5 ਜਨਵਰੀ ਤੋਂ ਸ਼ੁਰੂ ਹੋ ਚੁੱਕੇ ਹਨ, ਜਿਸ ਦੇ ਵਿੱਚ ਸਾਡੀ ਸਿਲੈਕਟਡ ਅਤੇ ਡੈਡੀਕੇਟਿਡ ਟੀਮ ਦੇ ਦੁਆਰਾ ਆਫਲਾਈਨ ਬੈਚ ਸ਼ੁਰੂ ਕਰ ਦਿੱਤੇ ਗਏ ਹਨ। ਤਾਂ ਬਿਨਾਂ ਕਿਸੇ ਦੇਰੀ ਤੋਂ ਅੱਜ ਹੀ ਪਿੰਡ ਆਲਮਗढ़ ਅਬੋਹਰ ਵਿਖੇ ਵਿਜ਼ਿਟ ਕਰਕੇ ਆਪਣੀ ਆਫਲਾਈਨ ਸੀਟ ਇਨਰੋਲਮੈਂਟ ਕਰਵਾ ਸਕਦੇ ਹੋ। ਬਿਨਾਂ ਕਿਸੇ ਦੇਰੀ ਤੋਂ ਹੁਣ ਆਪਾਂ ਸ਼ੁਰੂ ਕਰਦੇ ਹਾਂ ਆਪਣਾ ਅੱਜ ਦਾ ਖਜ਼ਾਨਾ। ਪੇਸ਼ ਹੈ ਅੱਜ ਦੇ ਖਜ਼ਾਨੇ ਦਾ ਕੁਐਸਚਨ ਨੰਬਰ ਫਸਟ। ਬੜੇ ਧਿਆਨ ਨਾਲ ਇਹ ਕੁਐਸਚਨ ਸਮਝਿਓ। ਕੀ ਕਹਿੰਦਾ ਹੈ, ਇੱਕ ਆਦਮੀ ਆਪਣੀ ਰਕਮ ਦਾ 20% ਖਰਚ ਕਰਦਾ ਹੈ, ਬਾਕੀ ਰਕਮ ਦਾ 25% ਖਰਚ ਕਰਦਾ ਹੈ ਅਤੇ ਲਾਸਟ ਦੇ ਵਿੱਚ 480 ਰੁਪਏ ਬਚਦੇ ਹਨ। ਸ਼ੁਰੂ ਵਿੱਚ ਕਿੰਨੀ ਰਕਮ ਸੀ? ਦੇਖੋ, ਜੇਕਰ ਮੈਂ ਮੰਨਾਂ ਉਹਦੇ ਕੋਲ ਸ਼ੁਰੂ ਵਿੱਚ X ਰਕਮ ਸੀ, 20% ਦਾ ਮਤਲਬ 1/5, ਯਾਨੀ ਕਿ 5 ਦੇ ਵਿੱਚੋਂ 1 ਗਵਾ ਦਿੰਦਾ ਹੈ ਤਾਂ ਕਿੰਨਾ ਬਚੇਗਾ? 4/5। ਬਾਕੀ ਰਕਮ ਦਾ 25% 1/4, 4 ਦੇ ਵਿੱਚੋਂ 1 ਗਵਾ ਦਿੰਦਾ ਹੈ ਤਾਂ 3/4 ਤੇ ਲਾਸਟ ਦੇ ਵਿੱਚ ਬਚਦਾ ਕਿੰਨਾ ਹੈ? 480। ਠੀਕ ਹੈ, ਪਹਿਲਾਂ ਉਹ 1/5 ਗਵਾਉਂਦਾ ਹੈ ਤਾਂ ਬਚਦਾ ਹੈ 4/5। ਫਿਰ ਇਸ ਰਕਮ ਦਾ ਉਹ 25% ਖਰਚ ਕਰਦਾ ਹੈ। 25% ਮਤਲਬ 1/4 ਖਰਚ ਕਰਦਾ ਹੈ ਤਾਂ ਬਚਦਾ ਕਿੰਨਾ ਹੈ? 3/4 ਤੇ ਫਾਈਨਲ ਬਚਦਾ ਕਿੰਨਾ ਹੈ? 480। ਆ 4 ਨਾਲ ਆ 4 ਆ ਕੱਟਿਆ 16 ਦੇ ਪਹਾੜੇ ਤੇ 16 ਜਾਂ 43 0 ਤਾਂ x ਦੀ ਵੈਲਿਊ ਕੀ ਆਵੇਗੀ? ਆ 5 ਉਧਰ ਜਾ ਕੇ ਮਲਟੀਪਲਾਈ ਹੋਵੇਗਾ, 16 5 80 ਆ 0 ਦੀ। ਤਾਂ ਸ਼ੁਰੂ ਵਿੱਚ ਉਹਦੇ ਕੋਲ ਕਿੰਨੀ ਰਕਮ ਸੀ? 800 ਰੁਪਏ। ਠੀਕ ਹੈ, ਦੂਜਾ ਮੈਥਡ, ਜੇਕਰ ਆਪਾਂ 100 ਮੰਨ ਕੇ ਕਰੀਏ, ਕਿਉਂਕਿ ਇੱਥੇ ਵੈਲਿਊ 20% 25% ਹੈ, ਪੁਆਇੰਟਾਂ ਦੇ ਵਿੱਚ ਹੈ ਨਹੀਂਗੀ, ਤਾਂ ਆਪਾਂ 100 ਨਾਲ ਵੀ ਕਰ ਸਕਦੇ ਹਾਂ। ਜੇਕਰ ਆਪਾਂ ਮੰਨਾ ਪਹਿਲਾਂ ਉਹਦੇ ਕੋਲ 100 ਰੁਪਏ ਸੀ, 20 ਖਰਚ ਕਰਤੇ ਤਾਂ ਬਚਿਆ ਕਿੰਨਾ? 80। ਹੁਣ ਇਸ ਬਚੀ ਰਕਮ ਦਾ 25% ਇਹਨੂੰ ਫੇਰ ਖਰਚ ਕਰਤਾ ਤਾਂ 80 ਦਾ 25% ਹੋ ਗਿਆ 20, ਤਾਂ 20 ਖਰਚ ਕਰ ਲਿਆ, ਬਚਿਆ ਕਿੰਨਾ? 60 ਰੁਪਏ। ਤਾਂ ਫਾਈਨਲ ਕਿੰਨਾ ਬਚਿਆ ਮੇਰੇ ਹਿਸਾਬ ਨਾਲ? 60। ਤਾਂ ਐਕਚੁਅਲ ਦੇ ਵਿੱਚ ਕਿੰਨਾ ਬਚੇਗਾ? 480। ਕਿੰਨੇ ਗੁਣਾ? 8 ਗੁਣਾ। ਤਾਂ ਸ਼ੁਰੂ ਵਿੱਚ ਰਕਮ ਪੁੱਛੀ ਹੈ ਤਾਂ ਸ਼ੁਰੂ ਵਿੱਚ ਰਕਮ ਕਿੰਨੀ ਹੋਵੇਗੀ? 8 ਗੁਣਾ 800 ਰੁਪਏ। ਨੈਕਸਟ ਕੁਐਸਚਨ, 3 ਦੇ ਪਹਿਲੇ 25 ਗੁਣਾ ਦਾ ਔਸਤ। ਸਾਰੇ ਬੱਚਿਆਂ ਨੂੰ ਪਤਾ ਹੈ ਐਵਰੇਜ ਕੀ ਹੁੰਦੀ ਹੈ? ਟੋਟਲ ਸਮ अपॉन टोटल नंबर, जोड़ बटा संख्या। ठीक है, हुण तुसी एक गल नोट करियो, जदों भी अपनी सीरीज AP विच होवे, AP की हुंदा है? यानी कि उस सीरीज दे विचकार डिफरेंस सेम होवे तां ओ सीरीज की हुंदी है? AP दे विच। जदों भी अपनी सीरीज AP विच होवे तां उस सीरीज दा बिल्कुल विचकारला नंबर, मिडल वाला नंबर अपना की बनेगा? एवरेज बनेगा। पहली गल तां आ। दूजी गल की है, जेकर सीरीज AP विच होवे तां लास्ट अंतिम संख्या प्लस फर्स्ट पहली संख्या बटा दे विच जेकर 2 करांगे तां अपना की निकल के आवेगा? एवरेज निकल के आवेगा। हुण आपां इस मेथड दा इस क्वेश्चन दे विच यूज करांगे। 3 दे पहले 25 मल्टीपल दी गल कीती है ਤਾਂ ਮੈਨੂੰ ਇਹ ਦੱਸੋ 3 ਦਾ ਪਹਿਲਾ ਮਲਟੀਪਲ ਕੀ ਹੋਵੇਗਾ? ਤਾਂ ਤੁਸੀਂ ਕਹੋਗੇ 3 × 3। 3 ਦਾ 25ਵਾਂ ਮਲਟੀਪਲ ਕੀ ਹੋਵੇਗਾ? ਤਾਂ ਤੁਸੀਂ ਕਹੋਗੇ 3 ਦਾ 25ਵਾਂ ਮਲਟੀਪਲ ਹੋਵੇਗਾ 75। ਯਾਨੀ ਕਿ ਆ ਮੇਰੇ ਕੋਲ ਬਣ ਕੇ ਆ ਗਈ ਪਹਿਲੀ ਸੰਖਿਆ, ਆ ਬਣ ਕੇ ਆ ਗਈ ਮੇਰੇ ਕੋਲ ਲਾਸਟ ਸੰਖਿਆ। ਜੇਕਰ ਪਹਿਲੀ ਸੰਖਿਆ ਆ ਗਈ, ਲਾਸਟ ਸੰਖਿਆ ਆ ਗਈ ਤਾਂ ਹੁਣ ਦੱਸੋ ਐਵਰੇਜ ਕੱਢਣਾ ਮੁਸ਼ਕਿਲ ਹੈ? ਤੁਸੀਂ ਕਹੋਗੇ ਨਹੀਂ।
ਹੁਣੇ ਹੁਣੇ ਸਰ ਨੇ ਆ ਗੱਲ ਦੱਸੀ ਹੈ, ਲਾਸਟ ਪਲੱਸ ਫਸਟ 75 ਪਲੱਸ 3 ਅਪੋਨ ਦੇ ਵਿੱਚ 2, 75 ਤੇ 3 ਕਿੰਨਾ ਹੋ ਗਿਆ 78/2, 78/2 ਨੂੰ ਆਪਣਾ ਸਮਾਜ ਕੀ ਕਹਿੰਦਾ ਹੈ 39, ऑप्शन नंबर ए। नेक्स्ट क्वेश्चन 9.6 रेशो 16.8 समानुपात है 18 रेशो x दे ਤਾਂ x ਦੀ ਕੀਮਤ। ਤਾਂ ਰਾਜੇ ਇਹ ਕੁਐਸਚਨ ਤਾਂ ਸਾਰਿਆਂ ਨੂੰ ਪਤਾ ਹੁੰਦਾ ਹੈ, ਜਦੋਂ ਵੀ ਆਪਣੇ ਕੋਲ ਕੋਈ ਵੀ ਰਕਮ ਸਮਾਨੁਪਾਤ ਦੇ ਵਿੱਚ ਹੁੰਦੀ ਹੈ ਤਾਂ ਇਹਦਾ ਮਤਲਬ ਕੀ ਹੁੰਦਾ ਹੈ, ਬਾਰ ਵਾਲੀ ਦੀ ਗੁਣਾ ਅੰਦਰ ਵਾਲੀ ਦੀ ਗੁਣਾ। ਠੀਕ ਹੈ, ਨਹੀਂ ਤਾਂ ਸਲਿੱਕੇ ਦੇ ਨਾਲ ਕਰੋ 9.6 बटा 16.8। ठीक है, पॉइंट के नाल ता पॉइंट कैंसिल ही हो गया, ता पॉइंट के नाल ता ठीक है बराबर की कहंदा है 18 बटा x। यही गल है, तुसीं कहोगे सर ये गल। हुण देखो x की वैल्यू कढनी आपां तां क्रॉस मल्टीप्लाई कर दिओ, x उत्ते चला गया तां बच्चा कि मेरे कोल 18 गुणा 168 बटा दे विच कितना आया 96। ठीक है, ਹੁਣ ਅੱਗੇ ਇਹਨੂੰ ਕੱਟਾਂਗੇ ਆਪਾਂ 6 ਦੇ ਪਾੜੇ ਤੇ, ਤਾਂ ਕੀ ਹੋ ਜਾਏਗਾ 6 ਤੇ 18, ਇਹਨੂੰ ਕੱਟਾਂਗੇ ਤਾਂ 16 ਛਿਕਾ 96। ਠੀਕ ਹੈ, ਤੁਸੀਂ ਕਹੋਗੇ ਸਰ ਬਿਲਕੁਲ ਵਧੀਆ ਗੱਲ ਹੈ। ਹੁਣ ਦੇਖੋ ਆਪਸ਼ਨ ਮੇਰੇ ਕੋਲ ਬੜੀ ਦੂਰ ਹੈ, ਤਾਂ ਦੂਰ ਹੈ, ਮੈਂ ਅਪਰੋਕਸੀਮੇਸ਼ਨ ਨਾਲ ਕਰਾਂਗਾ ਇਹ ਕੁਐਸਚਨ। ਅਪਰੋਕਸ ਜੇਕਰ ਮੈਂ ਆਨਸਰ ਕੱਢਾਂ ਇਹਦਾ अप्रोक्स की निकलेगा, देखो 16 एकम 16 घट्टो घट 10 बारी तो जाएगा ना, 10 तो ज्यादा बारी जाएगा। 168 जेड़ा है ये 16 दे पाड़े ते 10 तो ज्यादा बारी जाएगा, तो जेकर 10 बारी भी जावे तो 10 या 30, यानी कि आंसर ओ होगा जेड़ा 30 तो बड़ा होगा। 30 तो बड़ा सिर्फ आई ऑप्शन है 31.5। एक क्वेश्चन अप्रोक्सीमेशन नाल बड़ी आसानी नाल हो गया। अगला क्वेश्चन की कहंदा है, देखो 4% सालाना दर नाल 2 साल ਲਈ 11000 रुपए उत्ते चक्रवर्ती ब्याज कंपाउंड इंटरेस्ट दसना 2 सालों का। देखो 4% ਦੇ ਨਾਲ 2 ਸਾਲਾਂ ਦਾ कंपाउंड इंटरेस्ट कितना होगा, ਤੁਸੀਂ ਕਹੋਗੇ 4 ਦਾ ਦੁਗਣਾ 8, 4 ਦੀ ਸਕੁਅਰ 16, 8.16%। ਤਾਂ 11000 ਦਾ 8.16% ਕੱਢਣਾ ਸੀ ਬਟਾ ਦੇ ਵਿੱਚ 100, आ पॉइंट हटाएंगे तो बटा दे विच 100। हुण देखो बड़े ध्यान नाल इस क्वेश्चन नूं सुणिओ, 3 0 नाल आ 3 0 चलियां गईयां। ठीक है, हुण देखो 816 गुणा 11 करनी है, तो 11 नाल जदों कोई भी रकम आपां मल्टीप्लाई करदे हां तां की करदे हां, पहला 6 है, 6 ते 1 7, फिर 1 ते 8 9, बचा की 8 बटा दे विच आया 10, तो एक रकम छड़ के पॉइंट आवेगा 897.6, 897.6 ऑप्शन डी। 4% सेम क्वेश्चन आ गया। दो संख्यावां दा HCF 7 है, LCM 245 है, उन्हां दा मल्टीपल दसना आपां प्रोडक्ट की होवेगा। तां देखो हुण तां पाकिस्तान दे बच्चे भी ये समझण लगे भी HCF गुणा LCM बराबर हुंदा है पहली संख्या गुणा दूजी संख्या। तो आपां नूं पुछया की है, इन्हां दोवां संख्यावां दा प्रोडक्ट ही तां पुछया है, इन्हां दोवां संख्यावां दा प्रोडक्ट पुछया है, तां प्रोडक्ट पुछे लिए की करना होना, HCF है 7, LCM गुणा 245। ठीक है, तां लास्ट दे विच 7 35, लास्ट दे विच 5 आवेगा, आ ऑप्शन नहीं गी, आ ऑप्शन नहीं गी। ठीक है, 7 दूनी 14, आंसर 1400 तो वड्डा आवेगा और 1400 तो छोटा है, तो आंसर बन गया 1715। नहीं तो तुसी इत्थे 7 है तो 7 दा मल्टीपल देख के भी कर सकते सी, जेड़ा आंसर 7 दा मल्टीपल सी वो अपना आंसर बनदा। ए कल्ला 6 दिनां विच कम करदा है, बी 8 दिनां विच, ए ते बी ने ओ कम कर लई 3200 रुपए दा ठेका लिया। सी दी मदद नाल उन्हां ने 3 दिनां विच कम पूरा कीता। सी नूं कितना भुगतान कीता सी, देखो ए किन्ने दिनां विच करदा है, बी किन्ने दिनां विच करदा है, अते सी दी मदद नाल यानी कि तीनों मिलके किन्ने दिनां विच करनगे। देखो ए 6 दिनां विच कम खत्म करदा है, बी 8 दिनां विच, तीनों मिलके 3 दिनां विच। जेकर आपां मनीए टोटल कम
टोटल कम आप मान लेने 24, तो ए दी एफिशिएंसी 6 चौका 24, बी दी एफिशिएंसी 3, सी दी एफिशिएंसी 8, ओ सॉरी तिना दी एफिशिएंसी 8। तो मैनू ये दसो ए प्लस बी प्लस सी दी एफिशिएंसी है 8, ए प्लस बी दी कितनी होगी 4 3 7, की इतो सी दी एफिशिएंसी नहीं कट सकते आप, सी दी एफिशिएंसी बन के आई है 1। हुण देखो उन्होंने टोटल पैसे किन्ने मिले कम करन दे 3200, तो जेड़े पैसे है वो एफिशिएंसी के हिसाब नाल ही बनणगे। सारियां दे पैसिਆਂ ਦਾ ਜਿਹੜਾ काउंट है वो तो वंडेगा किवें, जिन्ने दी जिस दी एफिशिएंसी ज्यादा उन्होंने ज्यादा पैसे, जिस दी एफिशिएंसी घट है उन्होंने घट पैसे। तो मैनू ये दसो टोटल तिना दी एफिशिएंसी कितनी है 8, तो 8 दी एफिशिएंसी लई उन्हां नूं किन्ने पैसे मिले सी 3200। ठीक है, तो एक दी वैल्यू कितनी आ जाएगी 400, 8 चौका 32, 400 गुणा हो गया ना, तो एक दी वैल्यू कितनी आई है 400। तो सी दी एफिशिएंसी कितनी है 1 है, तो सी नूं किन्ने पैसे मिलणगे 400 रुपए। फिर सिंपल क्वेश्चन आ गया की कहंदा है एक आदमी कुछ संतरे 3 रुपए विच अते उन्ने ही संतरे 2 रुपए विच खरीदता है, 20% ਦਾ ਲਾਭ ਕਮਾਉਣ ਲਈ ਉਸ ਨੂੰ ਇੱਕ ਦਰਜਨ ਕਿੰਨੇ ਰੁਪਏ ਵਿੱਚ ਵੇਚਣੀ ਹੈ। ਤੁਹਾਨੂੰ ਪਤਾ ਹੈ ਇਹ ਕੁਐਸਚਨ ਦੇਖਦੇ ਹੀ ਮੇਰੇ ਦਿਮਾਗ ਦੇ ਵਿੱਚ ਕੀ ਆ ਗਿਆ ਸੀ 20% ਪ੍ਰੋਫਿਟ। 20% ਦਾ ਪ੍ਰੋਫਿਟ मतलब ਕੀ ਹੋਇਆ 5 ਵਾਲੀ ਚੀਜ਼ 6 ਵਿੱਚ ਵੇਚੇਗਾ ਉਹ ਤਾਂ ਆਨਸਰ ਹੋਵੇਗਾ 6 ਦਾ ਮਲਟੀਪਲ। 6 ਦਾ ਮਲਟੀਪਲ घटा 7 की घटा, एक ही ऑप्शन है। फिर भी चलो आप जेकर 2 ऑप्शन होंगे 3 होंगे तो आप इसनों सोल्यूशन किवें करना सी। देखो लास्ट दे विच उन्हें क्या की है एक दर्जन वेचनी है, एक दर्जन यानी कि 12 संतरे वेचने हैं, 12 संतरे वेचने हैं। तब पहला उन्हें किन्ने संतरे ले होंगे 6, ते दूजे भी किन्ने ले होंगे 6, तो टोटल किन्ने मिल गए उन्हें को 12 मिल गए। तो मैनू ये दसो पहली गल की कहंदा है यानी कि 1 रुपए विचों किन्ने संतरे खरीददा है 3, पहली किस्म दे विचों खरीदने किन्ने उन्हें 6, तो आप मल्टीप्लाई कर देंगे 2 नाल, तो यानी कि 6 संतरे किन्ने दे विच खरीदेगा 2 रुपए विच, पहली कंडीशन दे नाल। दूजी कंडीशन दे विच की कहंदा वो 1 रुपए दे विचों 2 संतरे खरीदता है, आप खरीदवाने किन्ने है 6, क्योंकि देखो पहला कुछ खरीदता है ते दूजे भी सेम खरीदता है, यानी कि पहले बंदे को ते दूजे बंदे को सेम संतरे खरीदता है, तो दूजे को किन्ने खरीदेगा 3 दूनी 6, तो इधर 3 नाल मल्टीप्लाई था इधर भी 3 नाल मल्टीप्लाई, तो दूजे बंदे को 6 संतरे किन्ने दे विच खरीदेगा 3 दे विच। मैनू ये दसो भी टोटल 12 संतरे किन्ने दे विच खरीद ले उन्हें 5 दे विच, 12 संतरे 5 दे विच खरीद ले। हुण 12 संतरे उन्हें 20% लाभ ते बेचना है, 20% का मतलब की हुंदा है 1/5, यानी कि जेकर 12 संतरे 5 दे खरीदे है तो 12 संतरे किन्ने दे बेचे 6 दे बेचे, तो उन्हें की हो जाएगा 20% का प्रॉफिट हो जाएगा। 2 अंकों का जोड़ 36 है, एक अंक पहले अंक का 5 गुणा दूजे अंक के 4 गुणा के बराबर है। जेकर आप मनिए पहला अंक ए है तो पहला अंक का 5 गुणा दूजे अंक के 4 गुणा के बराबर है। इथों ए ते बी का रेशो निकल के आ गया। सर रेशो की आया, जेड़ी चीज जिस दे गुणा विच उनका रेशो नहीं बनता, ए का रेशो करना ए नू टक लो बनया की 4, बी का रेशो बी नू टक लो बनया की 5, ए ते बी का रेशो आया 4:5। इन्हां दा जोड़ दिता होया है, इन्हां दा जोड़ कितना है तुसी कहोगे इन्हां दा जोड़ बन गया 9, 4 ते 5 दा जोड़ बनया 9। एक्चुअल दे विच जोड़ दिता कितना होया है 36, 9 दी वैल्यू 36 किन्ने गुणा 4 गुणा। तो पूछा कि उन्हें वड्डा नंबर पूछा है, तो वड्डा नंबर की अपने को 5 है,
ਤਾਂ 5 ਦਾ 4 ਗੁਣਾ, 5 ਦਾ 4 ਗੁਣਾ ਕਿੰਨਾ ਹੋ ਗਿਆ 20। ਜੇਕਰ ਛੋਟਾ ਨੰਬਰ ਪੁੱਛਦਾ ਤਾਂ 4 ਦਾ 4 ਗੁਣਾ 16। 30 ਅਤੇ 50 ਦੇ ਵਿਚਕਾਰ ਆਉਣ ਵਾਲੀ ਸਾਰੀ ਅਭਾਜ ਸੰਖਿਆਵਾਂ ਦਾ ਔਸਤ। ਤਾਂ ਦੇਖੋ ਇਹ ਕੁਐਸਚਨ ਥੋੜਾ ਵਧੀਆ ਹੋ ਗਿਆ, ਕਿਉਂਕਿ ਆਪਾਂ ਨੂੰ ਪੁੱਛਿਆ 30 ਅਤੇ 50 ਦੇ ਵਿਚਕਾਰ ਜਿੰਨੀਆਂ ਵੀ ਆਪਣੇ ਕੋਲ ਪ੍ਰਾਈਮ ਨੰਬਰਸ ਹੋਣਗੀਆਂ ਉਹਨਾਂ ਦਾ ਐਵਰੇਜ ਦੱਸਣਾ ਹੈ। ਤਾਂ ਇਹ ਦੱਸੋ ਵੀ 30 ਅਤੇ 50 ਦੇ ਵਿਚਕਾਰ ਐਵਰੇਜ ਕਿਹੜੀ ਪ੍ਰਾਈਮ ਨੰਬਰ ਕਿਹੜਾ ਕਿਹੜਾ ਹੋਵੇਗਾ। ਪਹਿਲਾ ਕਹੂੰਗਾ 31 ਆਵੇਗਾ, ਦੂਜਾ 31 ਤੋਂ ਬਾਅਦ 37, 37 ਤੋਂ ਬਾਅਦ 41, 41 ਤੋਂ ਬਾਅਦ 43, 43 ਤੋਂ ਬਾਅਦ 47। ਅੰਕਾਂ ਦਾ ਜੋੜ ਬਟਾ ਟੋਟਲ ਨੰਬਰ ਕਿੰਨੇ ਹੈ 5। ਹੁਣ ਤਾਂ ਬਸ ਕੁਝ ਵੀ ਨਹੀਂ, ਆਪਾਂ ਕੀ ਕਰਨਾ ਹੈ, ਖਾਲੀ ਇਹਨਾਂ ਦਾ ਜੋੜ ਕਰਨਾ ਹੈ ਅਤੇ 5 ਨਾਲ ਡਿਵਾਈਡ ਕਰਨਾ ਹੈ। ਜੋੜ ਕਿੰਨਾ ਸੀ 8 12 15 18 180, 180 ਤੇ 190, 190 ਤੇ 9 199, 199 अपॉन ਦੇ ਵਿੱਚ ਆਇਆ 5, ਤਾਂ ਕਿੰਨਾ ਬਣ ਜਾਏਗਾ 9 39, 39 ਵਾਲੇ ਆਪਸ਼ਨ ਕਿਹੜੀ ਹੈ ਡੀ। ਠੀਕ ਹੈ, ਕੁਐਸਚਨ ਡਿਫਿਕਲਟ ਹੈ ਨਹੀਂ ਸੀਗਾ, ਬਟ ਕੁਐਸਚਨ ਦੇ ਵਿੱਚ ਇਹ ਲੌਜੀਕ ਸੀ ਵੀ ਆਪਾਂ ਨੂੰ 30 ਅਤੇ 5 ਦੇ ਵਿਚਕਾਰ ਜਿੰਨੇ ਵੀ ਪ੍ਰਾਈਮ ਨੰਬਰ ਸੀ ਉਹਨਾਂ ਦਾ ਗਿਆਨ ਹੋਣਾ ਚਾਹੀਦਾ ਸੀ। ਨੈਕਸਟ ਕੁਐਸਚਨ ਕੀ ਕਹਿੰਦਾ ਹੈ, ਅਨਿਲ ਆਪਣੀ ਆਮਦਨ ਦਾ 40% ਕਿਰਾਏ ਤੇ ਬਾਕੀ ਰਕਮ ਦਾ 40% ਦਵਾਈਆਂ ਤੇ ਹਰ ਮਹੀਨੇ ਬਚਾਉਂਦਾ ਹੈ। ਆਪਾਂ ਪਿੱਛੇ ਵੀ ਇਹ ਕੁਐਸਚਨ ਕਰਕੇ ਆਏ ਆ। ਜੇਕਰ ਮੈਂ ਮੰਨਾਂ ਵੀ ਉਹਦੀ ਆਮਦਨ x ਹੈ, ਪਹਿਲਾਂ ਉਹ 40% ਕਿਰਾਏ ਤੇ ਖਰਚ ਕਰਦਾ ਹੈ ਤਾਂ ਬਚਾਉਂਦਾ ਕਿੰਨਾ ਹੈ 60%। ਹੁਣ ਇਸ ਬਾਕੀ ਬਚੀ ਰਕਮ ਦਾ ਇਹ ਮੇਰੇ ਕੋਲ ਕੀ ਬਚ ਗਈ, ਬਾਕੀ ਰਕਮ ਬਚ ਗਈ, ਇਸ ਦਾ 40% ਫਿਰ ਉਹ ਦਵਾਈਆਂ ਤੇ ਖਰਚ ਕਰਦਾ ਹੈ ਤਾਂ ਬਚਾਵੇਗਾ ਕਿੰਨਾ ਉਹ ਫਿਰ ਲਾਸਟ ਦੇ ਵਿੱਚ 60%। ਠੀਕ ਹੈ, ਇਹ ਮੇਰੇ ਕੋਲ ਕੀ ਨਿਕਲ ਕੇ ਆ ਗਈ ਲਾਸਟ ਦੇ ਵਿੱਚ ਬਚਤ। ਤੇ ਆਪਾਂ ਨੂੰ ਪੁੱਛਿਆ ਕਿ ਕੁਐਸਚਨ ਦੇ ਵਿੱਚ ਆਈ ਤਾਂ ਦਿੱਤਾ ਹੈ ਲਾਸਟ ਦੇ ਵਿੱਚ ਉਹ ਕਿੰਨੇ ਬਚਾਉਂਦਾ ਹੈ 7200। ਹੁਣ ਦੇਖੋ ਕਰ ਦਿਓ, ਆ 2 0 ਨਾਲ ਆ 0, 6 ਮਿਕੋ 36, 36 दूना 72, ਤਾਂ x ਦੀ ਵੈਲਿਊ ਕੀ ਆਵੇਗੀ, 100 ਉਧਰ ਜਾ ਕੇ ਮਲਟੀਪਲਾਈ ਹੋ ਜਾਏਗਾ ਤਾਂ ਕੀ ਹੋ ਜਾਏਗਾ 20000। ਤਾਂ ਸ਼ੁਰੂ ਵਿੱਚ ਉਹਦੇ ਕੋਲ ਕਿੰਨੀ ਆਮਦਨ ਸੀ 20000। 30 ਅਤੇ 50 ਦੇ ਦਰਮਿਆਨ ਆਉਣ ਵਾਲੀ ਸਾਰੀ ਅਵੈਸ ਉਹ ਤਾਂ ਸੇਮ ਕੁਐਸਚਨ ਹੈ। ਇਹ ਸੇਮ ਕੁਐਸਚਨ ਆ ਗਿਆ ਆਪਣੇ ਕੋਲ ਵਾਪਸ ਫਿਰ। ਚਲੋ ਜੇਕਰ ਆ ਕੁਐਸਚਨ ਦੁਬਾਰਾ ਰਿਪੀਟ ਹੋ ਹੀ ਗਿਆ ਤਾਂ ਮੈਂ ਤੁਹਾਨੂੰ ਇੱਕ ਨਵੀਂ ਟਿਪ ਵੀ ਦੱਸ ਦੇਣਾ। ਉਹ ਨਵੀਂ ਟਿਪ ਕੀ ਹੈ, 1 ਤੋਂ 100 ਤੱਕ ਪ੍ਰਾਈਮ ਨੰਬਰ ਜੇਕਰ ਪੁੱਛੇ ਤਾਂ ਉਹਦਾ ਇੱਕ ਮੋਬਾਈਲ ਨੰਬਰ ਹੈ, ਉਹ ਯਾਦ ਕਰਿਓ। ਪ੍ਰਾਈਮ ਨੰਬਰਾਂ ਦਾ ਇੱਕ ਮੋਬਾਈਲ ਨੰਬਰ ਹੈ, ਉਹ ਯਾਦ ਕਰਿਓ। ਉਹ ਮੋਬਾਈਲ ਨੰਬਰ ਕੀ ਹੈ 44 22 32 23 21। 44 22 32 23 21 याद किवें करना है। 44 इंदा अद्धा 22, 22 ਦੇ ਵਿੱਚ 10 ਜੋੜਿਆ 32, 32 ਦਾ ਉਲਟਾ 23, 23 ਦੇ ਵਿੱਚੋਂ 2 ਘਟਾਇਆ 21। ਸਾਰਾ ਨੰਬਰ ਤਾਂ ਸਾਨੂੰ ਯਾਦ ਹੋ ਗਿਆ। ਆ ਹੈਗਾ ਮੋਬਾਈਲ ਨੰਬਰ, ਪ੍ਰਾਈਮ ਨੰਬਰਾਂ ਦਾ ਮੋਬਾਈਲ ਨੰਬਰ ਹੈ। ਫੋਨ ਕਰਕੇ ਕਰ ਲਿਓ ਵੀ ਤੁਸੀਂ ਗੱਲ ਕਰ ਲਿਓ, ਗੱਲਬਾਤ ਹੋ ਜਾਏਗੀ ਤੁਹਾਡੇ ਨਾਲ ਬੜੀ ਸੋਹਣੀ ਆਵਾਜ਼ ਦੇ ਨਾਲ। ਤਾਂ ਜੇਕਰ ਆਪਾਂ ਨੂੰ ਪੁੱਛੇ 1 ਤੋਂ 10, 1 ਤੋਂ 10 ਦੇ ਵਿਚਕਾਰ ਟੋਟਲ ਪ੍ਰਾਈਮ ਨੰਬਰ ਕਿੰਨੇ ਹੋਣਗੇ 4 ਹੋਣਗੇ। ਤੁਸੀਂ ਕਾਊਂਟ ਕਰ ਲਿਓ ਘਰੇ ਬੈਠ ਕੇ ਕਿਹੜੇ ਕਿਹੜੇ ਹੋਣਗੇ। 1 2 3 2 3 5 ਤੇ 7 ਤੇ ਆ ਹੋ ਗਿਆ। 10 ਤੋਂ 20 ਜੇ ਪੁੱਛੇ ਤਾਂ ਕਿੰਨੇ ਹੋਣਗੇ 4। 20 ਤੋਂ 30 2, 30 ਤੋਂ 40 2, ਆ 40 ਤੋਂ 50, 50 ਤੋਂ 60, 60 ਤੋਂ 70, 70 ਤੋਂ 80, 80 ਤੋਂ 90, 90 ਤੋਂ 100 ਤੇ 1 ਤੋਂ 100 ਤੱਕ ਕਿੰਨੇ ਹੋ ਜਾਣਗੇ ਟੋਟਲ। ਇਹਨਾਂ ਨੂੰ ਕਾਊਂਟ ਕਰੋਗੇ ਤਾਂ ਕਿੰਨਾ ਹੋ ਜਾਣਗੇ 25 ਨੰਬਰ ਹੋ ਜਾਣਗੇ। ਜੇਕਰ ਆਪਾਂ ਨੂੰ ਪੁੱਛਦਾ ਵੀ 30 ਅਤੇ 50 ਦੇ ਦਰਮਿਆਨ ਤਾਂ ਮੈਨੂੰ ਇਹ ਦੱਸੋ ਆ ਕੀ ਹੈ 30 ਅਤੇ 50, 30 ਅਤੇ 50 ਦੇ ਦਰਮਿਆਨ ਕਿਹੜੇ ਆਉਣਗੇ, ਆ 2 ਆਉਣਗੇ ਤੇ 2 ਤੇ 3 ਕਿੰਨੇ ਹੋ ਗਏ 5। ਜੇਕਰ ਆਪਾਂ ਨੂੰ ਪੁੱਛਦਾ ਵੀ 30 ਅਤੇ 40 50 ਦੇ ਵਿਚਕਾਰ ਟੋਟਲ ਪ੍ਰਾਈਮ ਨੰਬਰ ਕਿੰਨੇ ਹੋਣਗੇ 5 ਹੋਣਗੇ। ਨੈਕਸਟ ਕੁਐਸਚਨ ਕੀ ਕਹਿੰਦਾ ਤੁਹਾਡੇ ਸਕਰੀਨ ਤੇ, ਇੱਕ ਆਦਮੀ ਨੇ ਇੱਕ ਵਸਤੂ 247.50 ਵਿੱਚ ਵੇਚੀ ਅਤੇ 12.5% ਦਾ ਲਾਭ ਕੀਤਾ। ਵਸਤੂ ਦੀ ਕੀਮਤ
ठीक है, ਇਹ क्वेश्चन बहुत सिंपल है, जमा सिंपल क्वेश्चन है ये। इस क्वेश्चन ਨੂੰ ਲੈਣ ਦਾ ਮੇਰਾ ਮਕਸਦ ਕੀ ਸੀ, 12.5% ਦੀ ਫ੍ਰੈਕਸ਼ਨ ਵੈਲਿਊ ਸਾਰੇ ਬੱਚਿਆਂ ਨੂੰ ਪਤਾ ਹੈ 1/8, यानी कि 8 वाली चीज 9 ਦੇ ਵਿੱਚ ਵੇਚਣੀ ਹੈ। ਤਾਂ ਸੀਪੀ ਕੀ ਹੋਵੇਗਾ, ਜੇਕਰ 8 ਤਾਂ ਐਸਪੀ ਕੀ ਹੋਵੇਗਾ 9। ਹੁਣ ਜਵਾਕ ਕੀ ਕਰਨਗੇ, सीपी 8 है, पूछा की है सीपी, यानी कि 8 ਦਾ ਮਲਟੀਪਲ, 8 ਦਾ ਮਲਟੀਪਲ ਆ ਨਹੀਂਗਾ, 8 ਦਾ ਮਲਟੀਪਲ ਆ ਨਹੀਂ ਹੈ, 8 ਦਾ ਮਲਟੀਪਲ ਆ ਨਹੀਂ, 8 ਦਾ ਮਲਟੀਪਲ ਆ ਗਿਆ डी, तो ਉਹ ਬਾਅਦ ਦੇ ਵਿੱਚ ਛੋੜੇ ਹੋਣਗੇ ਵੀ ਹਾਂ ਮੈਂ ਉੱਤਰ ਕੱਢ ਲਿਓ, ਮਾਰ ਸਹੀ ਹੋ ਜਾਊ। ਬਟ ਰਾਜੇ ਇਸ ਸਵਾਲ ਦਾ ਆਨਸਰ 8 ਆ 224, 8 ਦਾ ਮਲਟੀਪਲ ਕੀ ਹੈ, गलत है, हैं? हो गए ना आपके बक्के किवें? ताइयों तो मैं कहंदा तुसी क्वेश्चन ਨੂੰ देख के खुद डिसाइड करना है भी ਕਿਹੜਾ क्वेश्चन मल्टीपल ਦੇ ਨਾਲ ਹੋਵੇਗਾ, ਕਿਹੜਾ क्वेश्चन यूनिट डिजिट ਦੇ ਨਾਲ, ਕਿਹੜਾ क्वेश्चन अपना अप्रोक्सीमेशन ਦੇ ਨਾਲ ਹੋਵੇਗਾ। ठीक है, ਇਹ क्वेश्चन ਤੁਸੀਂ ਜਿਵੇਂ ਜਿਵੇਂ ਪ੍ਰੈਕਟਿਸ ਕਰੋਗੇ, ਨੰਬਰ ਆਫ क्वेश्चंस ਦੀ ਪ੍ਰੈਕਟਿਸ ਜਦੋਂ ਵੀ ਤੁਹਾਡੇ ਸਾਹਮਣੇ ਹੋਵੇਗੀ, ਉਸ ਤੋਂ ਬਾਅਦ ਤੁਹਾਨੂੰ ਇਹ क्वेश्चन दिखना स्टार्ट हो जाएगा भी अच्छा। क्योंकि देखो ਮੈਨੂੰ ਪਤਾ ਲੱਗੀ ਵੀ ਆ ਜਿਹੜੀ ਵੈਲਿਊ ਆ ਡੈਸੀਮਲ ਦੇ ਵਿੱਚ, ਪੁਆਇੰਟਾਂ ਦੇ ਵਿੱਚ ਹੈ, ਤਾਂ ਜੇਕਰ ਮੈਂ 8 ਨੂੰ 0.5 ਨਾਲ ਗੁਣਾ ਕਰਾਂ ਤਾਂ ਉਹ ਤਾਂ 4 ਬਣੇਗਾ, यानी कि फिर वो वैल्यू 8 ਦਾ ਮਲਟੀਪਲ ਤਾਂ ਨਹੀਂ ਬਣੀ। ਜੇਕਰ 8 ਨੂੰ 1 ਨਾਲ ਗੁਣਾ ਕਰਾਂਗਾ ਤਾਂ ਉਹ 8 ਬਣ ਜਾਏਗਾ, ਤਾਂ ਉਹ 8 ਦੀ ਮਲਟੀਪਲ ਹੋ ਜਾਏਗੀ। ਤਾਂ ਇਸ ਕਰਕੇ ਇਸ ਕੁਐਸਚਨ ਨੂੰ ਆਪਾਂ ਪੂਰੇ ਧਿਆਨ ਨਾਲ ਪਿਆਰ ਨਾਲ ਕਰਾਂਗੇ। ਕਿਵੇਂ? ਮੇਰੇ ਹਿਸਾਬ ਨਾਲ ਐਸਪੀ ਕਿੰਨਾ ਹੈ 9, 9 ਦੀ ਵੈਲਿਊ 247.5, ਤਾਂ 1 ਦੀ ਵੈਲਿਊ ਜੇਕਰ ਆਪਾਂ ਦੱਸਾਂਗੇ ਤਾਂ ਕਿੰਨੀ ਹੋ ਜਾਏਗੀ 247.5 ਬਟਾ ਦੇ ਵਿੱਚ 9। ਸੀਪੀ ਦੱਸਣਾ ਹੈ ਤਾਂ ਸੀਪੀ ਕਿੰਨਾ ਹੈ 8, 8 ਦੀ ਵੈਲਿਊ ਦੱਸਣੀ ਹੈ। ਹੁਣ ਆਪਾਂ ਇੱਥੇ ਕਾਟਾ-ਪੀਟੀ ਕਰਾਂਗੇ, ਆਪਣਾ ਜਵਾਬ ਆ ਜਾਏਗਾ। ਪੁਆਇੰਟ ਹਟਿਆ ਤਾਂ ਬਟਾ ਦੇ ਵਿੱਚ 10। ਹੁਣ 9 ਦੇ ਪਾੜੇ ਤੇ 9 ਦੇ ਪਾੜੇ ਤੇ ਜੇਕਰ ਆਪਾਂ ਇਹਨੂੰ ਕੱਟਾਂਗੇ ਤਾਂ 9 दूनी 18, बचा कितना 6, 9 6 54, 9 7 63, 4 45, 9 5 45। फिर अगे आप फर्दर इनू डिवाइड करांगे 5 दे पाड़े ते, तो 5 जोड़ी 25, 5 जोड़ी 25, 5 दूनी 10, इनू कटांगे तो आया 2, सॉरी 4, 55 गुणा 4 कितना हो गया 220। ऑप्शन नंबर ए। कुछ नवा सीखा? अगे की कहता है 8 दे 3 लगातार गुणा का जोड़ 24 24 है, तो सब तो वड्डा अंक लभो। सिंपल क्वेश्चन है, ये भी कोई ज्यादा मुश्किल है नहीं गा। 8 दे 3 आपां लगातार मल्टीपल दसने हैं, जेकर मैं मन्ना 3 पूछने हैं, ਆਪਾਂ ਨੂੰ 3 ਹੀ ਤਾਂ ਦਿੱਤੇ ਆ, ਤਾਂ ਜੇਕਰ ਮੈਂ ਮੰਨਾ ਵੀ ਵਿੱਚ ਵਾਲਾ x ਹੈ ਤਾਂ ਅਗਲਾ ਕੀ ਹੋਵੇਗਾ x + 8, ਤੇ ਇਸ ਤੋਂ ਪਿਛਲਾ ਕੀ ਹੋਵੇਗਾ x - 8, ਤਾਂ 8 ਦੇ ਮਲਟੀਪਲ ਹੋ ਗਏ ਨਾ। ਮੰਨ ਲਓ ਜੇਕਰ ਆ ਵਿੱਚ ਵਾਲਾ ਰਕਮ 8 ਦਾ ਮਲਟੀਪਲ x ਹੈ, ਤਾਂ ਅਗਲੀ 8 ਦਾ ਮਲਟੀਪਲ ਕਦੋਂ ਆਵੇਗਾ 8 ਤੋਂ ਬਾਅਦ, ਤੇ ਪਿਛਲਾ ਕੀ ਹੋਵੇਗਾ x ਤੋਂ 8 ਮਾਈਨਸ ਕਰ ਦਾਂਗੇ ਤਾਂ ਪਿਛਲਾ 8 ਦਾ ਮਲਟੀਪਲ ਬਣ ਜਾਏਗਾ। ਠੀਕ ਹੈ, ਹੁਣ ਆਪਾਂ ਜੇਕਰ ਇਹਨਾਂ ਤਿੰਨਾਂ ਨੂੰ ਜੋੜਾਂਗੇ, ਤਿੰਨਾਂ ਦਾ ਜੋੜ ਕਿੰਨਾ ਦਿੱਤਾ ਹੈ 24 24, ਤਿੰਨਾਂ ਨੂੰ ਜੋੜਾਂਗੇ ਤਾਂ ਦੇਖੋ x - 8 ਤੇ x + 8, ਆ ਮਾਈਨਸ ਪਲਸ ਤੱਕ ਕੱਟ ਹੋ ਗਿਆ, ਆ ਮੇਰੇ ਕੋਲ ਕੀ ਬਣਿਆ 3x = 24 24, ਤਾਂ x ਦੀ ਵੈਲਿਊ ਕੀ ਆ ਗਈ 808, 8 ਤੇ 24, 8 ਤੇ 24। ਹਾਂ, ਹੁਣ ਕਈ ਜਵਾਕ ਇੱਥੇ ਇਹ ਵੀ ਗਲਤੀ ਕਰਨਗੇ, ਕਿਵੇਂ 3 ਦੇ ਪਾੜੇ ਤੇ ਕੱਟੇ ਹੋਣਗੇ, ਕਿਵੇਂ ਕਰਨਗੇ 8 ਤੇ 24, फिर करेंगे 8 या 24, तो वो कहेंगे 88, राजे 88 नहीं होगा, 8 या 24 अगे की आया 2, 2 जड़ा 3 ते कटेगा नहीं कटेगा, तो फिर आप 2 तो अगे जो 4 लवांगे तो एक 0 लावांगे, फिर कटांगे तो 8 या 24। एक्स की वैल्यू है 808, एक्स की मैंने से आप विच वाली रकम वड्डा अंक दसना है, तो वड्डा अंक की है x + 8, यानी कि 808 + 8 कितना हो गया 816। नेक्स्ट क्वेश्चन, एक क्लास विच 50 विद्यार्थी दी औसत लंबाई 150 है, 146 सेंटीमीटर औसत लंबाई वाले 5 विद्यार्थी क्लास छड़ जाते हैं, 156 वाले 95 विद्यार्थी आ जाते हैं, तो क्लास दी नई औसत लंबाई की होगी।
देखो भाई ਆਪਾਂ ਇਸ ਨੂੰ ਲਾ ਦਿੰਨੇ ਆ 3 ਸਟਾਰ क्वेश्चन। ठीक है कुछ भी नहीं, पर बहुते बच्चों का ਇਹਦੇ ਵਿੱਚ बड़े ਵੱਡੇ ਵੱਡੇ डाउट ਰਹਿਣਗੇ। ਕਿਵੇਂ ਆਪਾਂ ਪਹਿਲਾਂ पूरा बेसिक ਨਾਲ ਜਦੋਂ ਤੁਹਾਨੂੰ ਸਮਝਾਉਂਦੇ ਆ, पूरा बेसिक ਨਾਲ ਕਿਵੇਂ देखो एक क्लास ਵਿੱਚ 150 सेंटीमीटर वाले 50 विद्यार्थी हैं, तो मैनू ये दसो भी टोटल लंबाई कितनी हो जाएगी। तुसीं कहोगे 150 गुणा 50, ये होगी पूरी क्लास की टोटल लंबाई। इस दे विचों 146 वाले 5 विद्यार्थी तो चले गए, तो आप माइनस कर देंगे, अते 156 वाले 5 विद्यार्थी होर आ गए, तो आप ऐड कर देंगे। तो हुण नवी मेरी क्लास की लंबाई टोटल की हो जाएगी, ए बन के आ जाएगी एक लाइन दे विच। हुण मैं अलग अलग मल्टीप्लाई अलग अलग माइनस प्लस नहीं करांगा, वो आपां 8वीं 9वीं दे विच करदे सी भी पहला 150 गुणा 50 करांगे, फिर 146 गुणा 5 करके पहला माइनस करांगे, फिर इहदे विच प्लस करांगे। ये नहीं करना। हुण देखो डेढ़ पहला 50 विद्यार्थी सी, फिर 5 गए तो 45 रह गए, फिर 5 आ गए तो वापस कितने हो गए 50 हो गए, तो नवा एवरेज कितना दे विच वंडेगा 50 दे विच वंडेगा। कोई दिक्कत कोई परेशानी कोई भी परेशानी नहीं होनी। हुण मेरे को कैलकुलेशन बन के आ गई। ठीक है, हुण आप इत्थे पूरी कैलकुलेशन नहीं करांगे, आप इत्थे लावांगे अपना JR जादू। सर किवें कि मैं इनू ऐ नहीं लिख सकदा 150 गुणा 50, ये तो मैं तुहानू समझाउणा है इसलिए लिख रहा, नहीं तो मैं ये डायरेक्ट ही कर देंदा। ठीक है, 156 नू आपां की लिख सकते हैं, तुसीं कहोगे सर 156 नू तुसीं ऐ लिख सकते हो 146 गुणा 5 प्लस 10 गुणा 5। देखो 146 ते 10 156 हो गया ना, कोई फर्क पवेगा नहीं पवेगा। बटा दे विच की हो गया, बटा दे विच हो गया 50, आप माइनस दा प्लस दा जैसे आराम हो गया। ते अपने कोल की बन के आया, देखो अपने कोल हुण की बन के आया। हुण भी मैं कैलकुलेशन नहीं करांगा कि आ 50 दे नाल आ 50 गया ते 10 50 50, इस 50 दे नाल आ 50 भी चला गया, अब बचा कि मेरे कोल 1, तो आ की बनया 150 प्लस दे विच आ की होया 1, तो मेरा नवा एवरेज की बन के आएगा 151। देखो किड्डी वड्डी कैलकुलेशन आपां कितनी छोटी बनाती। ठीक है, सर किसी दा दिल लैके मानता ही नहीं, मानो तो सर जी 8 कैलकुलेशन करके दिखाओ, कोई नहीं 8 कर देंगा, 8 में पूरी कौन करूं किया। तो देखो मन 5 दिखा है, 8 5 दिखा है, 8 में 5 दिखा है, तो मैं 5 का पाड़ा पर काट दूं, इन्हें 5 का पाड़ा पर काटूंगा तो कितना आ जाएगा 10, वो 5 पर कट गयो, वो 5 का पाड़ा पर कट गयो, इन्हें 5 का पाड़ा पर काटूंगा तो कितना आ जाएगा 10। ठीक है, सारा किसी सर ठीक है। इस तो अगे हुण फिर मैं 2 दे पाड़े ते नहीं कटांगा, क्यों नहीं कटांगा। देखो मैनू ये दसो 150 गुणा 10 कितना हो गया, 150 गुणा 10 आ हो गया 1500, माइनस 40 प्लस 156 कितना बन गया प्लस 10, बटा दे विच कितना बनया सी 10, और आ 0 नाल आ 0 आ 0, तो 150 प्लस 1 कितना बन गया 151। बोलो बोलो, ये भी मेथड तुहाडे लई है, ये भी मेथड तुहाडे लई है, कैलकुलेशन नहीं करनी। हुण इस क्वेश्चन नूं आपां डेविएशन नाल भी कर सकदे सी। सर डेविएशन नाल किवें, 150 लंबाई वाले किन्ने विद्यार्थी सी 50, फिर 146 वाले चले गए किन्ने 5, 156 वाले आ गए किन्ने 5। मैनू ये दसो उन्हां दे एवरेज 150 तो होना ही सी, बट पहला जिहड़े 5 विद्यार्थी गए सी वो 146 वजन लैके गए सी, अते जिहड़े नवे विद्यार्थी आए है वो कितना वजन लैके आए है, वो 156 वजन लैके आए है। तो दोवां दे विच डिफरेंस किन्ने वजन दा आ गया, तुसीं कहोगे सर 10 किलो दा डिफरेंस आ गया। ठीक है, तुसीं कहोगे सर 146 वाले तो गए सी अते 156 वाले नवे आ गए, तो 146 अते 156 टोटल डिफरेंस कितना आ गया अपने कोल एक बच्चे दा। तुसीं कहोगे सर एक बच्चे दे
ਲੰਬਾਈ ਦੇ ਵਿੱਚ 10 ਦਾ ਡਿਫਰੈਂਸ ਆ ਗਿਆ। ਟੋਟਲ ਵਿਦਿਆਰਥੀ ਕਿੰਨੇ ਗਏ ਸੀ? 5 ਵਿਦਿਆਰਥੀ ਗਏ ਸੀ। ਤਾਂ ਟੋਟਲ ਡਿਫਰੈਂਸ ਕਿੰਨੇ ਦਾ ਬਣੇਗਾ ਆਪਣੇ ਕੋਲ? 50 ਦਾ। ਇਸ 50 ਦਾ ਡਿਫਰੈਂਸ ਆਪਾਂ ਵੰਡਣਾ ਕਿੰਨੇ 'ਚ ਹੈ? ਆਪਾਂ ਨੂੰ ਪਤਾ ਹੈ, ਸਾਰਿਆਂ ਨੂੰ ਪਤਾ ਹੈ। ਜਦੋਂ ਆਪਾਂ ਐਵਰੇਜ ਕਰਦੇ ਹਾਂ ਤਾਂ ਕੀ ਹੁੰਦਾ ਹੈ? ਕੀ ਕਟੇਗਾ ਤਾਂ ਸਭ में बटेगा। ਜਿਹੜਾ ਇਹ ਆਪਣੇ ਕੋਲ ਲੰਬਾਈ ਐਕਸਟਰਾ ਬਣੀ ਹੈ 10 ਗੁਣਾ 50 ਦੀ ਜਿਹੜੀ ਲੰਬਾਈ ਐਕਸਟਰਾ ਬਣੀ ਹੈ ਉਹ ਕਿੰਦੇ ਵਿੱਚ ਵੰਡਾਂਗੇ ਆਪਾਂ? 50 ਵਿਦਿਆਰਥੀਆਂ ਦੇ ਵਿੱਚ। 50 ਦੇ ਨਾਲ 50 ਕੱਟਿਆ ਗਿਆ, ਕਿੰਨਾ ਆ ਗਿਆ? 1। ਤਾਂ ਨਵਾਂ ਐਵਰੇਜ ਕੀ ਬਣ ਕੇ ਆਵੇਗਾ? 151। ਨੈਕਸਟ ਕੁਐਸਚਨ ਕੀ ਕਹਿੰਦਾ ਹੈ? ਇੱਕ ਕਾਰ 3 ਕਿਲੋਮੀਟਰ ਦੇ 4 ਲਗਾਤਾਰ ਹਿੱਸੇ 10 ਕਿਲੋਮੀਟਰ 20, 30 ਅਤੇ 60 ਦੀ ਸਪੀਡ ਨਾਲ ਤੈਅ ਕਰਦੇ ਹਨ। ਉਹਨਾਂ ਦੀ ਔਸਤ ਸਪੀਡ ਦੱਸੋ। ਦੇਖੋ ਵੀ एवरेज स्पीड की होंगी है टोटल डिस्टेंस अपॉन टोटल टाइम, कुल तय की गई दूरी बटा कुल समय। ठीक है, तो अपन ये भी पता है चाल बराबर की होंगे दूरी बटा समा। चाल बराबर दूरी बटा समा। जेकर आप समा कढ़ना है तो की होगा दूरी बटा चाल, डिस्टेंस अपॉन स्पीड। हम देखो भी पहला अपन टोटल टाइम चाहिए तो टोटल डिस्टेंस चाहिए। ठीक है, एक कार जी है वो 4 हिस्से 3-3 किलोमीटर के 4 पार्ट कवर करती है। पहला पार्ट किन्ने का है? 3 किलोमीटर का। ठीक है, जेकर आप टाइम कढ़ांगे तो पहले सीधी स्पीड 10, 3 किलोमीटर चलती है 10 की स्पीड नाल। ठीक है, दूजा हिस्सा वो 3 किलोमीटर चलती है 20 की स्पीड नाल। तीजा हिस्सा वो 3 की स्पीड नाल चलती है 3 किलोमीटर 30 की स्पीड नाल। चौथा 3 किलोमीटर 60 की स्पीड नाल। ठीक है, जेकर तुसीं कटना चाहो तो कट सकते हो, जेकर नहीं कटना तो भी आपां कोई दिक्कत है नहीं। किवें हुण इत्थे मैनूं बटा दे 60 दिख रहा है, मैं क्यों ना सारिआं नूं 60 बना लवां। 60 किवें बनाओगे? तुसीं कहोगे सर इहनूं 60 बनाउण लई उत्ते थल्ले 6 दा मल्टीप्लाई, इहनूं 60 बनाउण लई 3 दा मल्टीप्लाई, इहनूं 60 बनाउण लई 2 दा मल्टीप्लाई, आ बटा दे 60 है ही है। तां आ कितना बन गया? ते मैनूं इह दसो 6 तिया 18 प्लस 3 तिया 9 प्लस 3 दूनी 6 प्लस 3। तो देखो जेकर हर सेम है तो उत्ते वाली रकम आप डायरेक्ट जोड़ घटाव कर सकते हैं। हर आया 60, उत्ते कितना हो गया? देखो 9 3 12 ते 18 30 ते 3 30 ते 6 36, उत्ते बन गया 36। आ मेरे को बन के आ गया टोटल टाइम। हुण टोटल डिस्टेंस कढ़नी है आपां। टोटल डिस्टेंस पता ही है, इत्ते 3 किलोमीटर, इत्ते 3 किलोमीटर, इत्ते 3 किलोमीटर, इत्ते 3 किलोमीटर। टोटल डिस्टेंस कितनी हो गई? 4 पार्ट दे विच 12 किलोमीटर। हुण एवरेज स्पीड हुण तां बताओ, पूरे दा बच्चा नहीं कट सकदा। स्पीड एवरेज स्पीड दा फार्मूला टोटल डिस्टेंस अपॉन टोटल टाइम। टोटल डिस्टेंस 12, टोटल टाइम कितना है 36, बटा वाला 60 उत्ते चला जाएगा इनटू दे विच। आ मेरे कोल की बन के आ जाएगी टोटल एवरेज स्पीड 12 तिया 36, 3 दे पहाड़े ते आ जाएगा। तो मेरे को एवरेज स्पीड बन के आएगी 20 किलोमीटर प्रति घंटा। ऑप्शन नंबर सी। आई होप अज की क्लास तुहानू बहुत वधिया लगी होगी। क्लास वधिया लगे, सैशन हैल्पफुल लगे तो इस क्लास नू अपने यारां मित्रां तक वध तो वध शेयर जरूर करियो। अज दे लई इन्ना ही। जेकर तुसी ऑफलाइन ज्वाइन करना है तो ऑफलाइन बैच 5 जनवरी तो शुरू हो चुके हैं। बिना किसी देरी तो ऑफलाइन ब्रांच पिंड आलमगढ़ विखे विजिट करके अज ही अपनी सीट एनरोलमेंट करवाओ। अज दे लई इन्ना ही। आई होप तुहानू सैशन बहुत वधिया लग्या होवेगा। अज दी ट्रिक अज दी अप्रोच तुहानू बहुत ज्यादा बेनिफिशियल रहने वाली होवेगी। तां हुण मिलदे आपां नवे सैशन, नवी ऊर्जा अते नवी स्ट्रैटेजी दे नाल। तद तक विश यू ऑल द बेस्ट। टेक केयर, बाय बाय।